ਅਸੀਂ ਆਪਣੇ ਮਿਸ਼ਨ ਤੇ ਲੱਗੇ ਹੋਏ ਹਾਂ ਕਿ ਪੰਜਾਬ ਦੀ ਰਾਜਨੀਤੀ ਦੇ ਵਿੱਚ ਔਰਤਾਂ ਦੀ ਸ਼ਮੂਲੀਅਤ ਕਿੰਨੀ ਹੈ। ਅਸੀਂ 50% ਵੋਟਰਸ ਹਾਂ ਲਗਭਗ, ਪਰ ਔਰਤਾਂ ਸਿਰਫ ਔਰ ਸਿਰਫ 10 ਜਾਂ 12 ਹੀ ਚੁਣ ਕੇ ਵਿਧਾਨ ਸਭਾ 'ਚ ਪਹੁੰਚਦੀਆਂ ਨੇ। ਪਿਛਲੀ ਵਾਰ ਦੀ ਤਰਾਸਦੀ ਹੈ 2017 ਦੀ ਸਰਕਾਰ ਦੇ ਵਿੱਚ ਸਿਰਫ 6 ਔਰਤਾਂ ਸੀ ਜੋ ਵਿਧਾਨ ਸਭਾ 'ਚ ਪਹੁੰਚੀਆਂ। 2012 ਦੇ ਵਿੱਚ ਵਰਿੰਦਰ ਕੌਰ ਲੂੰਬਾ ਜਿਹੜੇ ਸ਼ੁਤਰਾਣਾ ਕਨਸਟੀਚੁਐਂਸੀ ਵਿਚ ਇਜ਼ ਇਨ ਪਟਿਆਲਾ ਡਿਸਟ੍ਰਿਕਟ ਤੋਂ MLA ਰਹੇ ਨੇ, ਉਹਨਾਂ ਨੂੰ ਮਿਲਣ ਇਸ ਵਾਰੀ ਫਿਰ ਅਗੇਨ ਸ਼ੀ ਇਜ਼ ਕੰਟੈਸਟਿੰਗ। ਬਹੁਤ ਅੱਛੀ ਗੱਲ ਹੈ। ਅਦਰਵਾਈਜ਼ ਸਰਵੇ ਕਹਿੰਦੇ ਆ ਕਿ ਪੰਜਾਬ ਦੇ ਵਿੱਚ 90% ਔਰਤਾਂ ਜੋ ਇੱਕ ਵਾਰੀ ਇਲੈਕਸ਼ਨ ਕੰਟੈਸਟ ਕਰਦੀਆਂ ਨੇ, ਚਾਹੇ MC, ਚਾਹੇ ਸਰਪੰਚੀ, ਚਾਹੇ MLA, ਉਸ ਤੋਂ ਬਾਅਦ ਹਾਰਨ ਤੋਂ ਬਾਅਦ ਦੁਬਾਰਾ ਨਹੀਂ ਆਉਂਦੇ। ਲੇਕਿਨ ਵਰਿੰਦਰ ਕੌਰ ਲੂੰਬਾ ਦੁਬਾਰਾ ਮੈਦਾਨ ਦੇ ਵਿੱਚ ਹੈ। ਪੂਰਾ ਹੌਟ ਮਾਹੌਲ ਹੈ ਮੇਰੇ ਅਰਾਊਂਡ। I will definitely try to catch this ambience also. But first of all, thank you so much for the time, ma'am. I understand you are so busy. Thank you. ਤੁਸੀਂ ਪੋਲਿਟਿਕਸ 'ਚ ਕਿਵੇਂ? ਤੁਸੀਂ ਬਲਦੇਵ ਸਿੰਘ, ਕਾਮਰੇਡ ਬਲਦੇਵ ਸਿੰਘ ਲੂੰਬਾ ਦੀ ਬੇਟੀ ਆ, ਜਿਹੜੇ 2 ਵਾਰੀ ਆਲਰੇਡੀ ਇਸ ਕਨਸਟੀਚੁਐਂਸੀ ਦੇ ਵਿੱਚ MLA ਰਹਿ ਚੁੱਕੇ ਆ। ਹਾਊ ਆਰ ਯੂ ਇਨ ਦ ਪੋਲਿਟਿਕਸ ਦੈਨ? ਇਹੀ ਕਾਰਨ ਹੈ ਕਿ ਮੇਰੇ ਪਿਤਾ ਜੀ ਸਰਦਾਰ ਬਲਦੇਵ ਸਿੰਘ ਲੂੰਬਾ 2 ਵਾਰ ਇੱਥੋਂ ਹਲਕਾ ਸ਼ੁਤਰਾਣਾ ਤੋਂ MLA ਰਹੇ ਆ। ਮੈਂ ਮੇਰੇ ਖਿਆਲ 8 ਸਾਲ ਦੀ ਮੇਰੀ ਉਮਰ ਸੀ ਜਦੋਂ ਡੈਡੀ MLA ਬਣੇ ਆ ਪਹਿਲੀ ਵਾਰ। ਤਾਂ ਘਰ ਦੇ ਵਿੱਚ ਸ਼ੁਰੂ ਤੋਂ ਹੀ ਜਿਹੜਾ ਮਾਹੌਲ ਆ ਉਹ ਪੋਲਿਟਿਕਸ ਦਾ ਦੇਖਿਆ। ਵੈਸੇ ਤਾਂ ਬਰਥ ਹੀ ਮੇਰਾ ਤਾਂ ਪੋਲਿਟਿਕਸ ਵਿੱਚ ਹੀ ਹੋਇਆ, ਤੇ ਫਿਰ ਮੇਰਾ ਵਿਆਹ ਹੋਇਆ ਤਾਂ ਮੇਰੇ ਸਹੁਰਾ ਸਾਹਿਬ ਸਰਦਾਰ ਭਾਗ ਸਿੰਘ ਉਹ ਵੀ MLA ਰਹੇ, ਤੇ ਅਲੱਗ-ਅਲੱਗ ਪੋਸਟਾਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਰਹੇ, ਤੇ ਉੱਥੇ ਵੀ ਇਹੀ ਮਾਹੌਲ ਮਿਲਿਆ। ਤਾਂ ਫਿਰ ਜਦੋਂ 2012 ਦੇ ਵਿੱਚ ਮੇਰੇ ਬੱਚੇ ਥੋੜ੍ਹੇ ਬੜੇ ਹੋ ਗਏ ਤਾਂ ਕੋਈ ਇੱਦਾਂ ਦਾ ਬਣਿਆ ਮਾਹੌਲ, ਤਾਂ ਜਿਹੜਾ ਸੀਗਾ ਇੱਕ ਮਨ ਦੇ ਵਿੱਚ, ਦੇਖੋ ਚਾਹੇ ਮੈਂ ਇੱਕ ਔਰਤ ਹਾਂ, ਮੇਰਾ ਪੋਲਿਟਿਕਸ 'ਚ ਕੋਈ ਜ਼ਿਆਦਾ ਇੰਟਰਸਟ ਨਹੀਂ ਹੈ, ਪਰ ਇੱਕ ਜਿਹੜਾ ਹੈ, ਕਿਉਂਕਿ ਜਿਹੜਾ ਆਪਣਾ ਇੰਡੀਆ ਦਾ ਸਾਰਾ ਡੈਮੋਕ੍ਰੇਸੀ ਆ ਜਾਂ ਇੱਕ ਜਿਹੜਾ ਕਨਸਟੀਟਿਊਸ਼ਨ ਆ, ਇਹਦੇ ਅੰਡਰ ਜੇ ਆਪਾਂ ਕੋਈ ਪਾਵਰ ਤੋਂ ਬਿਨਾਂ ਆਪਾਂ ਕੁਛ ਨਹੀਂ ਕਰ ਸਕਦੇ। ਜੇ ਆਪਾਂ ਕੋਈ ਗਰੀਬ ਲੋਕਾਂ ਦੀ ਜਾਂ ਕੋਈ ਇਨਸਾਫ ਜੋ ਕਰਨਾ ਜਾਂ ਗਰੀਬ ਲੋਕਾਂ ਦੀ ਕੋਈ ਅਪਲਿਫਟਿੰਗ ਲਈ ਕੋਈ ਗੱਲ ਕਰਨੀ ਆ, ਔਰਤਾਂ ਦੀ ਅਪਲਿਫਟਿੰਗ ਲਈ ਕਰਨਾ, ਤਾਂ ਆਪਾਂ ਨੂੰ ਜਿਹੜੀ ਆ ਚੋਣ ਜਿੱਤਣੀ ਜ਼ਰੂਰੀ ਆ। ਜ਼ਰੂਰੀ ਆ ਕਿ ਤੁਹਾਡੇ ਕੋਲ 2012 ਦੇ ਵਿੱਚ ਪਾਵਰ ਰਹੀ। ਤੁਸੀਂ ਔਰਤਾਂ ਦੇ ਹੱਕ ਲਈ ਕੀ ਕੀਤਾ ਕਿ ਔਰਤਾਂ ਅੱਗੇ ਆਉਣ, ਖਾਸ ਤੌਰ ਤੇ ਰਾਜਨੀਤੀ ਦੇ ਵਿੱਚ? ਅੱਜ ਇਸ ਟਾਈਮ ਵੀ ਆਪਣੇ ਅਰਾਊਂਡ ਆਲ ਆਰ ਮੈਨ, ਹਾਰਡਲੀ ਕੁਛ ਔਰਤਾਂ ਸੀਗੀਆਂ, ਮਸਾਂ ਕਰਕੇ ਆਪਾਂ ਕਹਿ ਸਕਦੇ ਹਾਂ 5 ਜਾਂ 6%। ਇਹ ਨਾ ਵੈਸੇ ਕੁਛ ਜਿਹੜਾ ਆਪਣਾ ਇੱਥੇ ਪ੍ਰੋਗਰਾਮ ਆ, ਇਹ ਇਹਨਾਂ ਦੇ ਨਾ ਅੱਡੇ ਵਿੱਚ ਹੀ ਆ ਪ੍ਰੋਗਰਾਮ, ਥੋੜਾ ਜਿਹਾ ਇਹ ਥੋੜਾ ਫਰਕ ਪੈ ਗਿਆ। ਨਹੀਂ ਤੁਸੀਂ ਜਾ ਕੇ ਦੇਖਿਓ, ਹੁਣ ਪਿੰਡ ਦੇ ਵਿੱਚ ਜਾ ਕੇ ਦੇਖਿਓ, ਕਈ ਜਗ੍ਹਾ ਤੇ ਤਾਂ ਔਰਤਾਂ ਦਾ ਜ਼ਿਆਦਾ ਇਕੱਠ ਹੁੰਦਾ, ਹਜੇ ਮਰਦ ਨੇ ਜਿਹੜੇ ਉਹ ਘੱਟ ਹੁੰਦੇ ਨੇ। ਮੈਂ ਕਿ ਮਹਿਸੂਸ ਕੀਤਾ ਕਿ ਮੇਰੇ ਔਰਤ ਹੋਣ ਕਰਕੇ ਜਿਹੜੀਆਂ ਲੇਡੀਜ਼ ਨੇ ਬਹੁਤ ਨਿਕਲ ਕੇ ਬਾਹਰ ਆ ਰਹੀਆਂ ਨੇ ਤੇ ਮੇਰੇ ਨਾਲ ਬੜੀ ਖੁੱਲ੍ਹ ਕੇ ਗੱਲ ਕਰਦੀਆਂ ਨੇ। ਮੈਂ ਹਮੇਸ਼ਾ ਹੀ ਔਰਤਾਂ ਨੂੰ, ਦੇਖੋ ਇਹ ਮੈਂ ਸਮਝਾਉਂਦੀ ਵੀ ਰਹਿੰਦੀ ਆ ਕਿ ਜਿੰਨੀ ਦੇਰ ਤੱਕ ਤੁਸੀਂ ਬਾਹਰ ਆ ਕੇ ਆਪਣੀ ਗੱਲ ਨਹੀਂ ਕਰੋਗੇ, ਕਿਉਂਕਿ ਦੇਖੋ ਵੀ ਕਾਮ ਕਹਾਵਤ ਆ ਵੀ ਰੋਏ ਬਿਨਾਂ ਤਾਂ ਬੱਚੇ ਨੂੰ ਮਾਂ ਦੁੱਧ ਵੀ ਨਹੀਂ ਦਿੰਦੀ, ਹੈ ਨਾ। ਤੇ ਇਹੀ ਗੱਲ ਆ, ਕਿਉਂਕਿ ਔਰਤ ਹੀ ਜਿਹੜਾ ਪਰਿਵਾਰ ਨੂੰ ਚੰਗੀ ਤਰ੍ਹਾਂ ਸਮਝਦੀ ਹੁੰਦੀ ਆ, ਆਪਣੇ ਬੱਚਿਆਂ ਦੇ ਲਈ ਜਾਂ ਆਪਣੇ ਪਰਿਵਾਰ ਦੇ ਲਈ ਜੋ ਔਰਤ ਸਮਝ ਸਕਦੀ ਆ, ਤੇ ਜਿਸ ਤਰ੍ਹਾਂ ਢੰਗ ਦੇ ਨਾਲ ਉਹ ਮਤਲਬ ਜ਼ੋਰ ਨਾਲ ਜੋ ਗੱਲ ਕਰ ਸਕਦੀ ਆ, ਔਰਤ ਤੋਂ ਵਧੀਆ ਕੋਈ ਨਹੀਂ ਕਰ ਸਕਦਾ ਕੰਮ ਵੀ, ਜਿਵੇਂ ਮਮਤਾ ਦੀ ਮੂਰਤ ਹੁੰਦੀ ਆ। ਤੇ ਵੀ ਜਿੰਨੀ ਦੇਰ ਤੁਸੀਂ ਬਾਹਰ ਨਿਕਲ ਕੇ ਨਹੀਂ ਆਉਂਦੇ, ਤੁਹਾਡੀਆਂ ਜਿਹੜੀਆਂ ਦੁੱਖ ਤਕਲੀਫਾਂ ਨੇ ਜਾਂ ਤੁਹਾਡੀ ਜਿਹੜੀ ਅਪਲਿਫਟਿੰਗ ਆ ਉਹ ਉਨੀ ਦੇਰ ਨਹੀਂ ਹੋਣੀ। ਇਸ ਕਰਕੇ ਆਓ, ਤੇ ਅੱਜ ਫਰਕ ਵੀ ਹੈ। ਤੁਹਾਨੂੰ ਕੀ ਲੱਗਦਾ ਕਿ ਕੀ ਕਾਰਨ ਹੈ ਕਿ ਰਾਜਨੀਤੀ ਦੇ ਵਿੱਚ ਇੰਨੀ ਸ਼ਮੂਲੀਅਤ ਔਰਤਾਂ ਦੀ ਨਹੀਂ ਹੈ? ਦੇਖੋ ਵੈਸੇ ਇੱਕ ਤਾਂ ਆਪਣਾ ਜਿਵੇਂ ਖਾਸ ਕਰਕੇ ਇੰਡੀਆ ਦਾ ਕਲਚਰ ਆ, ਆਪਣੇ ਹਮੇਸ਼ਾ ਸ਼ੁਰੂ ਤੋਂ ਹੀ ਮਰਦ ਪ੍ਰਧਾਨ ਸਮਾਜ ਰਿਹਾ ਹੈ ਨਾ। ਤੇ ਔਰਤਾਂ, ਮੈਂ ਆਪ ਦੀ ਗੱਲ ਲਾਨੀ ਆ, ਜਾਂ ਮੇਰੇ ਫਾਦਰ MLA ਵੀ ਸੀ, ਉਹ ਥੋੜੇ ਉਹ ਕਾਮਰੇਡ ਸੀ, ਉਹਨਾਂ ਨੂੰ ਅਸੀਂ 3 ਸਿਸਟਰ ਸੀਗੀਆਂ, ਤੇ ਮੇਰੇ ਫਾਦਰ ਨੂੰ ਕੋਈ ਫਰਕ ਨਹੀਂ ਸੀ ਮੁੰਡਾ ਤੇ ਕੁੜੀ ਦੇ ਵਿੱਚ। ਪਰ ਫਿਰ ਵੀ ਅਸੀਂ, ਜਿਵੇਂ ਮੈਂ ਆਪਣਾ ਆਲਾ ਦੁਆਲਾ ਦੇਖਿਆ, ਸਾਰਾ ਦੇਖਿਆ ਕਿ ਔਰਤਾਂ ਸਿਰਫ ਠੀਕ ਆ, ਪੜ੍ਹ ਲਿਖ ਗਈਆਂ ਕੁੜੀਆਂ, ਮੈਰਿਜ ਹੋ ਗਈ, ਘਰ ਤੱਕ ਸੀਮਤ, ਜਾਂ ਹੁਣ ਚਲੋ ਫਿਰ ਬਾਅਦ 'ਚ ਨੌਕਰੀਆਂ ਕਰਨ ਲੱਗ ਗਈਆਂ। ਕੁਛ ਤਾਂ ਉਹ ਹੈਗਾ, ਕੁਛ ਥੋੜ੍ਹੀ ਪੋਲਿਟਿਕਸ ਜਿਹੜੀ ਆਪਣੇ ਇੰਡੀਆ ਦੀ ਹੈਗੀ ਆ, ਆਪਾਂ ਸਾਰੇ ਹੀ ਜਾਣਦੇ ਹਾਂ ਕਿ
ਉਨੀ ਸਾਫ਼ ਸੁਥਰੀ ਨਹੀਂ ਹੈਗੀ ਤੇ ਉਸ ਕਰਕੇ ਵੀ ਜਿਹੜੀ ਔਰਤ ਆ ਉਹ ਕਈ ਵਾਰ ਨਹੀਂ ਆਉਣਾ ਚਾਹੁੰਦੀ। ਇਹ ਕਿਤੇ ਇਸ ਤਰ੍ਹਾਂ ਨਹੀਂ ਕਿ ਕੁਝ ਪਰਿਵਾਰਾਂ ਨੇ ਜਾਣ ਕੇ ਇੱਕ ਇਦਾਂ ਦੀ ਇਮੇਜ ਕ੍ਰੀਏਟ ਕੀਤੀ ਹੈ ਕਿ ਆਮ ਲੋਕ ਜਾਂ ਆਮ ਕੁੜੀਆਂ ਇਹਦੇ 'ਚ ਕਿਤੇ ਆ ਨਾ ਜਾਣ, ਕਿ ਇਹ ਇੱਕ ਸਮਾਜਿਕ ਇਦਾਂ ਦੀ ਦਿਸ਼ਾ ਬਣਾਈ ਹੈ ਜਾਂ ਉਹਦਾ ਇੱਕ ਇਦਾਂ ਦਾ ਚਿੱਤਰ ਬਣਾ ਕੇ ਲੋਕਾਂ ਅੱਗੇ ਪੇਸ਼ ਕੀਤਾ ਹੈ ਕਿ ਰਾਜਨੀਤੀ ਬੜੀ ਗੰਦੀ ਚੀਜ਼ ਹੈ, ਇਹਦੇ 'ਚ ਨਾ ਆਇਓ। ਦੇਖੋ ਅੱਜ ਆ ਵੀ ਰਹੀਆਂ ਨੇ ਔਰਤਾਂ, ਇਹੀ ਜੀ ਗੱਲ ਨਹੀਂ। ਹੁਣ ਕਿੰਨੀਆਂ ਔਰਤਾਂ ਕੰਟੈਸਟ ਕਰ ਰਹੀਆਂ ਨੇ ਸਰਪੰਚੀ ਦੇ ਵਿੱਚ, ਐਮਐਸਸੀ ਦੇ ਵਿੱਚ ਹੈ ਵੀ, ਮਤਲਬ ਉਹ ਹਨਾ ਕੰਪਲਸਰੀ ਵੀ ਕਰਤਾ ਵੀ ਆਹ ਸੀਟ ਤੇ ਔਰਤ ਹੀ ਚੋਣ ਲੜੂਗੀ। ਤੇ ਪਰ ਫਿਰ ਵੀ ਹੌਲੀ ਹੌਲੀ ਹੁਣ ਜਿਵੇਂ ਇੰਟਰਨੈਟ ਦਾ ਸਮਾਂ ਹੋ ਗਿਆ, ਆਪਾਂ ਹੁਣ ਦੁਨੀਆ ਬਹੁਤ ਨੇੜੇ ਹੋ ਗਈ ਤੇ ਫਰਕ ਵੀ ਪੈ ਰਿਹਾ। ਆਪਾਂ ਸਾਰੇ ਪੱਛਮੀ ਦੇਸ਼ਾਂ ਨੂੰ ਦੇਖ ਕੇ ਅੱਗੇ ਵਧ ਵੀ ਰਹੇ ਹਾਂ। ਤੁਸੀਂ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਨਹੀਂ ਕਿ ਸਿਰਫ 4 ਔਰਤਾਂ ਨੂੰ ਟਿਕਟਾਂ ਇਸ ਵਾਰੀ ਕਿਉਂ ਗਏ? ਨਹੀਂ, ਮੇਰੀ ਤਾਂ ਵੈਸੇ ਏਦਾਂ ਕੋਈ ਗੱਲ ਨਹੀਂ ਹੋਈ ਹੈਗੀ, ਇਹ ਤਾਂ ਤੁਸੀਂ ਪੁੱਛੋ, ਤੁਹਾਨੂੰ ਸਟੈਂਡ ਕਰਿਓ। ਤੁਹਾਨੂੰ ਸਟੈਂਡ ਲੈਣਾ ਚਾਹੀਦਾ ਨਾ ਕਿ ਤੁਸੀਂ ਕਹੋ ਕਿ ਨਹੀਂ ਬਾਦਲ ਸਾਹਿਬ ਔਰਤਾਂ ਨੂੰ ਟਿਕਟਾਂ ਦਿਓ, ਚਾਹੇ ਉਹ ਪ੍ਰੋਕਸੀ ਹੀ ਹੋਣ। ਕਈ ਵਾਰ ਨਾ ਹੋ ਜਾਂਦਾ ਵੀ ਤੁਹਾਨੂੰ ਵਿਨਿੰਗ ਕੈਂਡੀਡੇਟ ਚਾਹੀਦੇ ਹੁੰਦੇ ਨੇ, ਹਨਾ ਲਿਮਟਿਡ ਜੀਆਂ ਸੀਟਾਂ ਹੁੰਦੀਆਂ ਨੇ ਤੇ ਉਸ ਹਿਸਾਬ ਨਾਲ ਕਰਨਾ ਪੈਂਦਾ। ਸੋ ਕਦੇ ਆਪਣੇ ਬਲਾਚੌਰ ਤੋਂ ਸੀਗੇ ਆਪਣੇ ਸੁਨੀਤਾ ਚੌਧਰੀ ਜੀ, ਸੁਨੀਤਾ ਚੌਧਰੀ, ਉਹਨਾਂ ਦੇ ਪਹਿਲਾਂ ਮੇਰੇ ਖਿਆਲ ਸੋਹਰਾ ਸਾਹਿਬ ਸੀਗੇ ਜੀ, ਉਹਨਾਂ ਦੀ ਜਗ੍ਹਾ ਤੇ ਸੋ ਕਦੇ ਹੁਣ ਔਰਤ ਹੀ ਅੱਗੇ ਆਈ ਹੈ। ਹਾਂ, ਕਈ ਜਗ੍ਹਾ ਤੇ ਮਤਲਬ ਜਿੱਦਾਂ ਢੁਕਮਾ ਕੈਂਡੀਡੇਟ ਹੁੰਦਾ ਉਸ ਤਰੀਕੇ ਦੇ ਨਾਲ ਹੋ ਜਾਂਦਾ। ਠੀਕ ਹੈ। 2012 ਚ ਸਭ ਤੋਂ ਵੱਧ ਔਰਤਾਂ ਸੀਗੀਆਂ, ਹੁਣ ਦੁਬਾਰਾ ਫਿਰ ਘਟ ਗਈਆਂ। ਇਹ ਹੁਣ ਅਸੀਂ ਸ਼੍ਰੈ ਆਮ ਆਦਮੀ ਨੂੰ ਪਾਰਟੀ ਨੂੰ ਦਈਏ ਤਾਂ ਫਿਰ ਉਹ ਇੱਕ ਬਾਇਸ ਹੋ ਜਾਏਗਾ ਤੁਹਾਡੇ ਨਾਲ, ਬਟ ਆਮ ਆਦਮੀ ਪਾਰਟੀ ਚ 12 ਤੋਂ ਵੱਧ ਉਹਨਾਂ ਨੇ ਟਿਕਟਾਂ ਔਰਤਾਂ ਨੂੰ ਦਿੱਤੀਆਂ। ਸ਼੍ਰੋਮਣੀ ਅਕਾਲੀ ਦਲ ਨੇ ਇਸ ਵਾਰੀ ਕੀ ਹੋ ਗਿਆ ਕਿ ਔਰਤਾਂ ਨੂੰ ਪਿੱਛੇ ਰੱਖਿਆ, ਜਿਹੜੀ ਪੰਥਕ ਪਾਰਟੀ ਆਪਾਂ ਕਹਿ ਸਕਦੇ ਹਾਂ ਔਰ ਜਿਹੜੇ ਬਾਬੇ ਨਾਨਕ ਦੇ ਦੱਸੇ ਕਦਮਾਂ ਤੇ ਚੱਲਣ ਵਾਲੀ ਪਾਰਟੀ ਹੈ? ਨਹੀਂ, ਕੋਈ ਏਦਾਂ ਮੇਰੇ ਕੋਲ ਕੋਈ ਜਾਣ ਬੁੱਝ ਕੇ ਤਾਂ ਨਹੀਂ ਵੀ ਕੋਈ ਔਰਤਾਂ ਨੂੰ ਪਿੱਛੇ ਰੱਖਿਆ। ਜਿਵੇਂ ਤੁਹਾਨੂੰ ਮੈਂ ਪਹਿਲਾਂ ਕਹਿ ਚੁੱਕੀ ਆ ਵੀ ਔਰਤ ਕੈਂਡੀਡੇਟ ਮਿਲੀਆਂ ਨਹੀਂ ਤੁਹਾਨੂੰ? ਕਈ ਵਾਰ ਇਹ ਵੀ ਹੋ ਜਾਂਦਾ। ਹਾਂ, ਤੁਹਾਨੂੰ ਵੀ ਦੇਖੋ, ਜੇ ਮੈਂ ਦੇਖਿਆ ਵੀ ਜੇ ਹੈ ਮਰਦ ਲੜਨ ਵਾਲਾ ਘਰੇ ਤਾਂ ਔਰਤ ਨਹੀਂ ਆਉਂਦੀ ਅੱਗੇ। ਉਹਨੂੰ ਹੁੰਦਾ ਵੀ ਕਿਉਂਕਿ ਦੇਖੋ ਔਰਤ ਨੂੰ ਸਾਰੇ ਪਰਿਵਾਰ ਦੀ ਲੋੜ ਪੈਂਦੀ ਆ ਪੋਲਿਟਿਕਸ ਕਰਨ ਦੇ ਲਈ, ਤੇ ਥੋੜਾ ਫਰਕ ਹੈ ਵੀ ਜੈਂਟਸ ਨੇ ਜਿਹੜੇ ਉਹ ਆਪ ਹੀ ਕਰ ਲੈਂਦੇ ਨੇ, ਹਨਾ। ਇਹ ਤਾਂ ਫਰਕ ਹੈ। ਜੇ ਮੈਂ ਕਹਾਂ ਵੀ ਮੈਂ ਇਕੱਲੀ ਕਰ ਸਕਦੀ ਹਾਂ, ਨਹੀਂ, ਤੇ ਸਾਰੇ ਪਰਿਵਾਰ ਨੂੰ ਮੇਰੇ ਨਾਲ ਕਰਨਾ ਪੈਂਦਾ। ਚਾਹੇ ਹੁਣ ਮੇਰਾ ਕਿਉਂਕਿ ਪੇਕਾ ਪਰਿਵਾਰ ਹੈ ਇੱਥੇ, ਪਾਤੜਾ ਹੀ ਮੇਰੇ ਪੇਕੇ ਨੇ, ਪਰ ਮੈਂ ਸਮਝਦਾ ਵੀ ਸਾਰੇ ਮੇਰੇ ਭਰਾ ਹੀ ਨੇ, ਕਈ ਮੇਰੇ ਬਜ਼ੁਰਗ ਨੇ, ਹਨਾ, ਤੇ ਸਾਰੇ ਮੈਨੂੰ ਉਸ ਤਰ੍ਹਾਂ ਹੀ ਪਿਆਰ ਦਿੰਦੇ ਨੇ। ਮੈਨੂੰ ਕੋਈ ਫਰਕ ਨਹੀਂ ਹੈ, ਬਹੁਤ ਇੱਜ਼ਤ ਸਤਿਕਾਰ ਦਿੰਦੇ ਨੇ। ਤੇ ਫਿਰ ਵੀ ਜਿਹੜਾ ਇੱਕ ਔਰਤ ਲਈ ਮੁਸ਼ਕਲ ਤਾਂ ਹੈ। ਤੁਸੀਂ ਸ਼੍ਰੋਮਣੀ ਅਕਾਲੀ ਦਲ ਤੋਂ ਹੈ, ਸੋ ਕਈ ਪਾਰਟੀਆਂ ਨੇ ਕਿਹਾ, ਸ਼੍ਰੋਮਣੀ ਅਕਾਲੀ ਦਲ ਨੇ ਵੀ ਕਿਹਾ 2000 ਰੁਪਇਆ ਦਵਾਂਗੇ, ਆਮ ਆਦਮੀ ਪਾਰਟੀ ਵੀ ਕਹਿੰਦੀ 1000 ਦਵਾਂਗੇ, ਨਵਜੋਤ ਸਿੰਘ ਸਿੱਧੂ ਤਾਂ ਬਹੁਤ ਕੁਝ ਕਹਿੰਦੇ ਆ। ਤੁਹਾਨੂੰ ਲੱਗਦਾ ਦਿਸ ਇਜ਼ ਗੋਇੰਗ ਟੂ ਹੈਲਪ ਵੂਮਨ? ਦੇਖੋ, ਮੈਂ ਸਮਝਦੀ ਹਾਂ ਕਿ ਇਹਦੇ ਨਾਲ ਚਲੋ ਚਾਹੀਦਾ ਤਾਂ ਮਤਲਬ ਹੋਰ ਤਰ੍ਹਾਂ ਦੀ ਸਟ੍ਰੈਟਜੀ ਚਾਹੀਦੀ ਹੈ। ਲੋਕਾਂ ਨੂੰ ਇੰਨੇ ਕੰਮ ਚਾਹੀਦੇ ਨੇ ਜਿਹੜੇ ਕਿ ਉਹ ਆਪਣਾ ਸਨਮਾਨਯੋਗ ਤਰੀਕੇ ਦੇ ਨਾਲ ਆਪਣੀ ਲਾਈਫ ਜਿਹੜੀ ਆ ਚਲਾ ਸਕਣ, ਉਹਨਾਂ ਨੂੰ ਕੰਮ ਹੋਣ। ਪਰ ਜੇ ਇੱਕ ਦੇਖਿਆ ਜਾਵੇ, ਚਲੋ ਰਾਹਤ ਤਾਂ ਹੈ। ਮੈਂ ਅੱਜ ਪਿੰਡਾਂ 'ਚ ਆਪਾਂ ਜਾ ਕੇ ਦੇਖੀਏ, ਤੁਸੀਂ ਸਰਵੇ ਕਰੋ ਪਿੰਡਾਂ 'ਚ ਜਾ ਕੇ, ਅੱਗੇ ਸੀਗਾ ਆਪਣੀ ਖੇਤੀ ਤੇ ਡਿਪੈਂਡ ਸੀ ਲੋਕ, ਖੇਤੀਬਾੜੀ ਤੇ। ਖੇਤੀ ਦੇ ਵਿੱਚ ਹੀ ਉੱਥੇ ਲੋਕ, ਗਰੀਬ ਲੋਕ ਨੇ, ਉਹਨਾਂ ਨੂੰ ਮਜ਼ਦੂਰੀ ਮਿਲ ਜਾਂਦੀ ਸੀ, ਦਿਹਾੜੀਆਂ ਮਿਲਦੀਆਂ ਸੀ। ਪਰ ਅੱਜ ਸਾਰਾ ਕੁਝ ਮਸ਼ੀਨਾਂ ਨਾਲ ਹੋ ਗਿਆ, ਹਨਾ। ਸਾਰੇ ਲੋਕ ਉੱਥੋਂ ਵਿਹਲੇ ਹੋ ਗਏ। ਨੰਬਰ 2 ਤੇ ਖਰਚੇ ਹੀ ਇੰਨੇ ਵੱਧ ਗਏ। ਪਹਿਲਾਂ ਬੜੀ ਸਿੰਪਲ ਲਾਈਫ ਸੀਗੀ ਲੋਕਾਂ ਦੀ, ਹਨਾ, ਤੇ ਅੱਜ ਜਿਹੜਾ ਤਬਦੀਲੀ ਦਾ ਸਮਾਂ, ਵੈਸੇ ਤਾਂ ਹੁੰਦਾ ਹੀ ਇਹ ਔਖ ਦਾ ਸਮਾਂ, ਤੇ ਬਹੁਤ ਔਖ ਚੋਂ ਨਿਕਲ ਰਿਹਾ ਜਿਹੜਾ ਖਾਸ ਕਰਕੇ ਜਿਹੜਾ ਆਪਣਾ ਲੋਅਰ ਲੈਵਲ ਹੈਗੇ ਆ, ਹਨਾ। ਤੇ ਇਸ ਕਰਕੇ ਚਲੋ ਕੁਛ ਰਾਹਤ ਤਾਂ ਹੈ। ਮਤਲਬ ਚਲੋ ਜਿਹੜਾ ਔਰਤ ਨੂੰ 2000 ਰੁਪਈਆ ਇੱਕ ਘਰ ਚਲਾਉਣ ਲਈ ਦੇਣ ਦਾ ਇੱਕ ਕੀਤੀ ਆ ਗੱਲ, ਚਲੋ ਦੇਵਣਗੇ ਵੀ, ਕਿਉਂਕਿ ਹਮੇਸ਼ਾ ਪਹਿਲਾਂ ਵੀ ਜੋ ਕਿਹਾ ਕਰਿਆ ਹੁਣ ਵੀ ਕਰਨਗੇ। ਤੇ ਇਸ ਕਰਕੇ ਚਲੋ ਜਦੋਂ ਔਰਤ ਨੇ ਘਰ ਚਲਾਉਣਾ, ਜਿਹੜੀ ਮੁਖੀ ਆ, ਉਹਨੂੰ 2000 ਦਾ ਵਿੱਚ ਸਹਾਰਾ, 4000 ਦਾ ਗਰੋਸਰੀ ਆਉਂਦੀ ਹੈ, 2000 ਵਿੱਚੋਂ ਹੋ ਜਾਊਗਾ। ਬਹੁਤ ਵੱਡਾ ਮੈਂ ਕਹਿੰਦੀ ਹਾਂ ਇੱਕ ਹੈਲਪ ਹੈ। ਤੁਸੀਂ ਪਿਛਲੀ ਵਾਰੀ ਚੋਣ ਬਾਈ ਚਾਂਸ ਅਨਫੋਰਚੂਨੇਟਲੀ ਕਹ ਲੋ ਹਾਰ ਗਏ ਸੀਗੇ, ਤੁਸੀਂ ਦੁਬਾਰਾ ਫਿਰ ਆਏ ਆ। What compelled you ਕਿ ਹੁਣ ਦੁਬਾਰਾ ਫਿਰ ਜਾਣਾ ਹੈ? ਇਹ ਹਲਕੇ ਨਾਲ ਪਿਆਰ ਹੈ, ਇਹ ਕੀ ਚੀਜ਼ ਹੈ ਇਹਦੇ ਪਿੱਛੇ? ਡਰ ਨਹੀਂ ਲੱਗਿਆ? ਮੈਂ ਦੇਖੋ ਸਾਰੇ ਹੀ ਜਾਣਦੇ ਨੇ, ਮੈਂ ਤਾਂ ਜਵਾਬ ਦਿੱਤਾ ਸੀਗਾ ਤੇ ਵੀ ਨਹੀਂ, ਤੁਸੀਂ ਉੱਥੇ ਪ੍ਰਧਾਨ ਸਾਹਿਬ ਨੂੰ ਵੀ ਹਲਕੇ ਤੇ ਉੱਥੇ ਕੋਈ ਇੰਚਾਰਜ ਲਾ ਲਓ, ਵੀ ਮੈਂ ਚੋਣ ਨਹੀਂ ਲੜਨੀ। ਪਰ ਜੋ
ਮੇਰੇ ਹਲਕੇ ਦੇ ਸਾਰੀਆਂ ਸੰਗਤਾਂ ਸਾਰਿਆਂ ਨੇ ਮੈਨੂੰ ਕੰਪੈਲ ਕੀਤਾ ਤੇ ਇੱਥੋਂ ਤੱਕ ਵੀ ਕਈ ਲੋਕਾਂ ਨੇ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਵੀ ਟੇਕਦੇ ਸੀ ਵੀ ਬੀਬੀ ਜੀ ਛੱਡ ਗਏ ਤੇ ਹੁਣ ਆਪਣਾ ਕੀ ਬਣੂ। ਤੇ ਫਿਰ ਉਹ ਗੱਲਾਂ ਮੈਨੂੰ ਮਤਲਬ ਜਜ਼ਬਾਤੀ ਕਰਤਾ ਉਹਨਾਂ ਗੱਲਾਂ ਨੇ ਤੇ ਫਿਰ ਮੈਂ ਬਸ ਇਹ ਸੋਚ ਕੇ ਵੀ ਚਲੋ ਜੋ ਪ੍ਰਮਾਤਮਾ ਦੀ ਇੱਛਾ ਉਹ ਮੈਂ ਕੌਣ ਹੁੰਨੀ ਆ ਨਾ ਕਰਨ ਵਾਲੀ, ਮੈਂ ਦੁਬਾਰਾ ਫਿਰ ਮੈਂ ਆਈ ਆ। ਆਲ ਦਾ ਵੈਰੀ ਬੈਸਟ। ਪਰ ਇੱਕ ਗੱਲ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ, ਦੇਖੋ ਆਪਾਂ 48-49% ਔਰਤ ਵੋਟਰ ਆ। ਸੁਖਬੀਰ ਸਿੰਘ ਬਾਦਲ ਕਹਿੰਦੇ ਮੈਂ ਇੱਕ ਡਿਪਟੀ ਸੀਐਮ ਦਲਿਤ ਬਣਾਉਂਗਾ, ਇੱਕ ਡਿਪਟੀ ਸੀਐਮ ਹਿੰਦੂ ਬਣਾਉਂਗਾ, ਇੱਕ ਡਿਪਟੀ ਸੀਐਮ ਵੋਮਨ ਵੀ ਤਾਂ ਬਣਾ ਦਿਓ, ਸਾਨੂੰ ਤੁਹਾਨੂੰ ਵੋਟਾਂ ਮਿਲਣਗੀਆਂ। ਇਹ ਸਵਾਲ ਕਿਉਂ ਨਹੀਂ ਆਇਆ ਸੁਖਬੀਰ ਸਿੰਘ ਬਾਦਲ ਦੇ ਕੋਲ? ਸਹੀ ਗੱਲ ਹੈ, ਤੁਸੀਂ ਬੜਾ ਵਧੀਆ ਪੁਆਇੰਟ ਚੱਕਿਆ। ਇਹ ਸਾਡੇ ਤਾਂ ਫਾਇਦੇ ਦਾ ਹੀ ਹੈ। ਇੱਕ ਔਰਤ ਦੇਖੋ, ਕਾਂਗਰਸ ਪਾਰਟੀ ਨੇ ਬੀਬਾ ਪੱਠਲ ਦਿੱਤੇ, ਉਸ ਤੋਂ ਬਾਅਦ ਕੋਈ ਵੀ ਡਿਪਟੀ ਸੀਐਮ ਜਾਂ ਸੀਐਮ ਬਾਦਲ ਸਰਕਾਰ ਨੇ ਕਿਉਂ ਨਹੀਂ ਦਿੱਤਾ ਇੱਕ ਔਰਤ ਦੇ ਰੂਪ ਦੇ ਵਿੱਚ? ਠੀਕ ਹੈ, ਜੇ ਮੰਗ ਉੱਠੂਗੀ ਮੈਂ ਤਾਂ ਹੀ ਔਰਤਾਂ ਨੂੰ ਕਹਿੰਦੀ ਆ ਨਾ ਵੀ ਅੱਗੇ ਆਓ, ਅੱਗੇ ਆ ਕੇ ਆਪਣੀ ਆਵਾਜ਼ ਉਠਾਓ, ਤਾਂ ਹੀ ਜਿਹੜੀ ਹੈਗੀ ਆ। ਮੈਂ ਦੇਖਿਆ ਇੱਕ ਜਿਹੜਾ ਇਹ ਆਪਣਾ ਕਨਸਟੀਟਿਊਸ਼ਨ ਆ ਨਾ, ਇਹਦੇ ਵਿੱਚ ਹੈ ਹੀ ਇਹ ਸਟਰੈਂਥ ਹੀ ਜਿਹੜੀ ਹੈਗੀ ਆ ਉਹ ਮਤਲਬ ਮੈਜੋਰਟੀ ਦੀ ਹੈ ਨਾ। ਹਾਂ, ਤੇ ਜੇ ਹੁਣ ਮੈਂ ਪਿੰਡਾਂ 'ਚ ਵੀ ਇਹੀ ਗੱਲ ਕਰਦੀ ਹੁੰਦੀ ਆ ਵੀ ਜੇ ਤੁਸੀਂ ਮੈਜੋਰਟੀ ਸਾਨੂੰ ਦਵੋਗੇ ਤਾਂ ਅਸੀਂ ਆਟੋਮੈਟਿਕਲੀ ਉਹ ਪਿੰਡ ਵੱਲ ਸਾਡਾ ਝੁਕਾਅ ਹੋਊਗਾ। ਇਹੀ ਵੂਮਨਸ ਦਾ ਹੈਗਾ, ਜੇ ਇਕੱਠੀਆਂ ਹੋ ਕੇ ਕਿਸੇ ਗੱਲ ਨੂੰ ਕਿਸੇ ਮੁੱਦੇ ਨੂੰ ਉਠਾਉਣਗੀਆਂ ਤਾਂ ਸੁਣੀ ਵੀ ਜਾਊਗੀ। ਹਾਂ, ਆਲਮੋਸਟ ਲਾਸਟ ਕੁਝ ਸਵਾਲ, ਤੁਸੀਂ ਔਰਤਾਂ ਨੂੰ ਇਸ ਜਿਹੜੀ ਇੱਕ ਘਰੇਲੂ ਔਰਤਾਂ ਹੀ ਬਣ ਕੇ ਰਹਿ ਗਈਆਂ, ਉਹਨਾਂ ਦੇ ਕੋਲ ਫਾਈਨੈਂਸ਼ੀਅਲ ਇੰਡੀਪੈਂਡੈਂਸ ਨਹੀਂ ਹੈ। ਅਗਰ ਉਹਨਾਂ ਦੇ ਕੋਲ ਪੈਸਾ ਹੋਵੇ, ਉਹਨਾਂ ਦੇ ਕੋਲ ਇੰਪਲੋਇਮੈਂਟ ਹੋਵੇ ਤਾਂ ਕੁਝ ਕਰ ਸਕਣਗੀਆਂ, ਉਹ ਆਪਣੇ ਘਰਾਂ ਚੋਂ ਨਿਕਲ ਨਹੀਂ ਪਾਣਗੀਆਂ। ਉਹਦੇ ਲਈ ਕੀ ਪਲਾਨ ਹੈ? ਦੇਖੋ, ਪਹਿਲੀ ਗੱਲ ਤਾਂ ਮੈਂ ਤੁਹਾਨੂੰ ਸੋਸ਼ਲੀ ਦੱਸਦੀ ਆ, ਆਪਣਾ ਜੇ ਔਰਤ ਇੰਡੀਪੈਂਡੈਂਟ ਹੋਵੇ ਨਾ, ਉਹਦੀ ਫੈਮਿਲੀ ਦੇ ਵਿੱਚ ਵੀ ਬੜੀ ਰਿਸਪੈਕਟ ਹੁੰਦੀ ਹੈ। ਨਹੀਂ, ਆਪਾਂ ਦੇਖਿਆ ਹੀ ਆ, ਪਿੱਛੇ ਵੀ ਦੇਖ ਰਹੇ ਆ, ਅੱਜ ਵੀ ਦੇਖ ਰਹੇ ਆ, ਜਦੋਂ ਤੁਸੀਂ ਕਿਸੇ ਤੇ ਡਿਪੈਂਡ ਹੋ ਤੁਹਾਨੂੰ ਕਈ ਗੱਲਾਂ ਬਹੁਤ ਤੁਹਾਨੂੰ ਦਬਕੇ ਰਹਿਣਾ ਪੈਂਦਾ ਹੈ ਨਾ। ਤੇ ਤੁਸੀਂ ਮਤਲਬ ਲਾਈਫ ਕੱਢਦੀਆਂ ਹੀ ਸੀ ਆਪਣੀਆਂ, ਬਜ਼ੁਰਗ ਐਂ ਵਿਚਾਰੀਆਂ ਕੱਢ ਦਿੰਦੀਆਂ ਨੇ ਵੀ ਪਹਿਲਾਂ ਭਰਾਵਾਂ ਦੇ ਫਾਦਰ ਦੇ ਦਬਾਅ ਥੱਲੇ, ਫਿਰ ਪਤੀ ਦੇ ਦਬਾਅ ਥੱਲੇ, ਫਿਰ ਬੱਚਿਆਂ ਦੇ ਦਬਾਅ ਥੱਲੇ, ਐਦਾਂ ਹੀ ਆਪਣੀ ਤਾਂ ਕੋਈ ਮਰਜ਼ੀ ਹੋਈ ਨਹੀਂ ਹੁੰਦੀ ਹੈ ਨਾ। ਤੇ ਬਹੁਤ ਵਧੀਆ ਤੁਹਾਡਾ ਕੁਐਸਚਨ ਹੈ ਇਹ। ਤੇ ਮੈਂ ਤਾਂ ਮਤਲਬ ਦੇਖੋ, ਪਹਿਲੀ ਗੱਲ ਤਾਂ ਇਹੀ ਹੈ ਵੀ ਲੜਕੀਆਂ ਪੜ੍ਹੀਆਂ ਲਿਖੀਆਂ ਹੋਣ ਤਾਂ ਕੋਈ ਚਲੋ ਸਰਕਾਰੀ ਨਹੀਂ ਤਾਂ ਪ੍ਰਾਈਵੇਟ ਕੋਈ ਤਾਂ ਕੰਮ ਮਿਲ ਸਕਦਾ। ਤੁਹਾਡੇ ਇਸ ਪਿੰਡ ਦੇ ਲੋਕਾਂ ਦਾ ਕਹਿਣਾ ਕਿ ਇੱਥੇ ਕਾਲਜ ਨਹੀਂ ਹੈਗਾ ਸਾਡੇ ਨੇੜੇ ਕੁੜੀਆਂ ਨੂੰ। ਹਾਂ, ਅਸੀਂ ਸਾਡੇ ਟਾਈਮ 'ਚ ਇੱਥੇ +2 ਦਾ ਸਕੂਲ ਵੀ ਬਣਵਾਇਆ, ਪਿੱਛੇ ਅਪਗ੍ਰੇਡ ਕੀਤਾ। ਪਹਿਲਾਂ ਮੇਰੇ ਫਾਦਰ ਨੇ ਇੱਥੇ 10ਵੀਂ ਦਾ ਸਕੂਲ ਬਣਾਇਆ ਸੀਗਾ ਤੇ ਬਾਅਦ 'ਚ ਅਸੀਂ +2 ਦਾ ਕੀਤਾ। ਕਾਲਜ ਵੀ ਮੇਰੇ ਫਾਦਰ ਨੇ ਇੱਥੇ ਕੀਤੀ, ਕਾਲਜ ਨਿਆਲ, ਜਿਹੜਾ ਇੱਕੋ ਹੀ ਕਾਲਜ ਆ ਸਾਡੇ ਹਲਕੇ ਦੇ ਵਿੱਚ, ਉਹਨਾਂ ਨੇ ਉਹਦਾ ਸਾਰਾ ਕੀਤਾ ਸੀ, ਬਣਾਇਆ ਸੀਗਾ। ਤੇ ਹੁਣ ਸਾਡਾ ਆਉਣ ਵਾਲੇ ਸਮੇਂ 'ਚ ਟੀਚਾ ਹੀ ਇਹ ਆ। ਸਾਡਾ ਨਾ ਇਹ ਸਾਰਾ ਏਰੀਆ ਬਹੁਤ ਪਛੜਿਆ ਹੋਇਆ ਏਰੀਆ, ਬਿਲਕੁਲ ਸਾਰੇ ਪਿੰਡੂ ਏਰੀਆ ਸਾਰਾ। ਤੇ ਸਾਡਾ ਟੀਚਾ ਹੀ ਇਹ ਆ ਕਿ ਅਸੀਂ ਪਾਤੜਾਂ ਨੂੰ ਹੋ ਸਕੇ ਤਾਂ ਅਸੀਂ ਜ਼ਿਲ੍ਹੇ ਦਾ ਦਰਜਾ ਦਿਵਾਈਏ, ਤਾਂ ਜੋ ਇੱਥੇ ਚੰਗੀ ਡਿਵੈਲਪਮੈਂਟ ਹੋ ਸਕੇ। ਤੇ ਕੋਈ ਕਾਲਜ 1-2-6 ਬਣਨ, ਵਧੀਆ ਹਸਪੀਟਲ ਦੀ ਇੱਕ ਬਹੁਤ ਵੱਡੀ ਮੰਗ ਆ ਸਾਨੂੰ, ਇੱਕ ਵੱਡਾ ਹਸਪੀਟਲ ਬਣੇ ਪਾਤੜਾਂ। ਆਪਣੀਆਂ ਔਰਤਾਂ ਅਗਰ ਆਪਾਂ ਪੁਰਾਣੀਆਂ ਦੇਖੀਆਂ ਤਾਂ ਉਹ ਆਪਣੀਆਂ ਫੁਲਕਾਰੀਆਂ ਕੱਢਦੀਆਂ ਸੀ ਘਰਾਂ ਦੇ ਉੱਤੇ, ਚਾਹੇ ਉਹ ਮਿੱਟੀ ਦਾ ਪੋਚਾ ਲਗਾ ਕੇ ਉਸਦੇ ਉੱਪਰ ਮੋਰ ਬਣਾਉਂਦੀਆਂ ਸੀ, ਆਪਣੀ ਕਲਾ ਦਾ ਪ੍ਰਦਰਸ਼ਨ ਕਰਦੀਆਂ ਸੀ, ਉਹਨਾਂ ਨੂੰ ਆਪਣੇ ਉੱਪਰ ਮਾਣ ਹੁੰਦਾ ਸੀ। ਅੱਜ ਦੀਆਂ ਔਰਤਾਂ ਨੂੰ ਮਾਣ ਕਿਉਂ ਨਹੀਂ ਹੈਗਾ ਜਦੋਂ ਟੈਕਨੋਲੋਜੀ ਦਾ ਯੁੱਗ ਆ, ਕੁਝ ਵੀ ਦਿਖਾ ਸਕਦੀਆਂ ਦੁਨੀਆ ਨੂੰ ਆਪਣੀ ਕੋਈ ਵੀ ਕਲਾ। ਮੈਂ ਨਾ ਜੀ ਸਰਕਾਰ ਦਾ ਵੀ ਇਸ ਵਾਰੀ ਇਹ ਇੱਕ ਹੈ ਪਾਲਿਸੀ ਕਿ ਅਸੀਂ ਆਪਣੀ ਸਿਕਿਉਰਿਟੀ ਤੇ ਲੋਨ, ਸਰਕਾਰ ਆਪਣੀ ਸਿਕਿਉਰਿਟੀ ਦੇ ਕੇ ਲੋਨ ਪ੍ਰੋਵਾਈਡ ਕਰਵਾਊਗੀ ਜਿਹੜੇ ਲੋਕ ਇਦਾਂ ਕੋਈ ਕੰਮ ਕਰਨਾ ਚਾਹੁੰਦੇ ਨੇ। ਮੈਂ ਹਰ ਪਿੰਡ ਦੇ ਵਿੱਚ ਜਿੱਥੇ ਪ੍ਰੋਗਰਾਮ ਕਰਦੀ ਆ ਉੱਥੇ ਹਮੇਸ਼ਾ ਕਹਿੰਦੀ ਆ ਵੀ ਜਿਹੜੀਆਂ ਲੜਕੀਆਂ ਕੋਈ ਸਿਲਾਈ ਕਢਾਈ ਦਾ ਸਿੱਖ ਸਕਦੀਆਂ ਨੇ ਜਾਂ ਆਉਂਦਾ, ਉਹ ਆਪਣੀ ਬੁਟੀਕ ਖੋਲਣ। ਇਹਦੇ ਲਈ ਅਸੀਂ ਲੋਨ ਪ੍ਰੋਵਾਈਡ ਕਰਾਵਾਂਗੇ ਬਿਨਾਂ ਵਿਆਜ ਤੋਂ 5 ਲੱਖ ਤੱਕ। ਅੱਗੇ ਵੀ ਬਹੁਤ ਥੋੜੇ ਵਿਆਜ ਤੇ ਸਬਸਿਡੀਆਂ ਹੁੰਦੀਆਂ ਨੇ। ਕੋਈ ਬਿਊਟੀ ਪਾਰਲਰ ਦਾ ਅੱਜ ਕੱਲ੍ਹ ਕੰਮ ਹੈ ਉਹ ਕਰ ਸਕਦੀਆਂ ਨੇ, ਕੋਈ ਲੇਡੀਜ਼ ਫੁਲਕਾਰੀਆਂ ਕੱਢਣ ਦਾ ਕੰਮ ਕਰ ਲੈਣ, ਕੋਈ ਇਕੱਠੀਆਂ ਗਰੁੱਪ ਬਣਾ ਕੇ 8-10 ਲੇਡੀਜ਼ ਕੋਈ ਟ੍ਰੇਨਿੰਗ ਲੈ ਕੇ ਕੋਈ ਅਚਾਰ ਚਟਨੀਆਂ ਬਣਾਉਣ ਦਾ ਹੀ ਕੰਮ ਕਰ ਲੈਣ। ਜੋ ਬਾਜ਼ਾਰ 'ਚ ਮੰਗ ਆ ਇੱਦਾਂ ਦੇ ਕੰਮ ਕਰੇ ਜਾ ਸਕਦੇ ਨੇ। ਔਰਤ ਸੈਲਫ ਇੰਡੀਪੈਂਡੈਂਟ ਹੋਵੇ ਤਾਂ ਬਹੁਤ ਜਿਹੜਾ ਫਰਕ ਪੈਂਦਾ। ਦੇਖੋ, ਰਾਜਨੀਤੀ ਦੇ ਵਿੱਚ ਮੈਡਮ ਔਰਤਾਂ ਦੀ ਕਮੀ ਇਸ ਕਰਕੇ ਵੀ ਹੈ ਕਿਉਂਕਿ ਜਿਹੜੇ ਲੀਡਰਸ ਨੂੰ ਆਪਾਂ ਅੱਜ ਦੇਖਦੇ ਆ ਉਹਨਾਂ ਦਾ ਵਤੀਰਾ ਬਹੁਤ ਗਲਤ ਹੈ। ਕੋਈ ਮੁੱਛਾਂ ਨੂੰ ਹੱਥ ਲਾ ਕੇ, ਕੋਈ ਆਪਣੇ ਪੱਟਾਂ ਤੇ ਹੱਥ ਮਾਰਨ ਵਾਲੇ ਵੀ ਹੁਣ ਰਾਜਨੀਤੀ 'ਚ ਆ ਗਏ ਆ। ਸੋ ਔਰਤਾਂ ਲਈ ਇੱਕ ਸੇਫ ਇਨਵਾਇਰਨਮੈਂਟ ਨਹੀਂ ਹੈ। ਲਾੜਾ ਹੋਈ ਜਾਂਦੀ ਹੈ, ਇਹਨਾਂ ਦੀ ਬਰਾਤ ਦਾ ਲਾੜਾ ਕੋਈ ਨਹੀਂ ਆ ਵੀ। ਫਿਰ ਇੱਕ ਪੰਜਾਬ ਨੂੰ ਇੱਕ ਵਿਚਾਰੀ ਔਰਤ ਦੇ ਰੂਪ 'ਚ ਹੀ ਦੇਖਿਆ ਜਾ ਰਿਹਾ। ਇਹਨਾਂ ਚੀਜ਼ਾਂ ਤੇ ਤੁਸੀਂ ਬੋਲਦੇ ਕਿਉਂ ਨਹੀਂ? ਤੁਸੀਂ ਆਪਣੀ ਆਵਾਜ਼ ਕਿਉਂ ਨਹੀਂ ਉਠਾਉਂਦੇ? ਤੁਸੀਂ ਕ੍ਰਿਟਿਸਾਈਜ਼ ਕਿਉਂ ਨਹੀਂ ਕਰਦੇ? ਤੁਸੀਂ ਇਹਨਾਂ ਦੇ ਲੀਡਰ ਨਹੀਂ ਆ, ਤੁਸੀਂ ਹਰ ਵਿਮਨ ਦੇ ਲੀਡਰ ਹੈ।
ਤੁਸੀਂ ਸਾਨੂੰ ਰਿਪਰੈਜ਼ੈਂਟ ਕਰ ਰਹੇ ਹੋ, ਤਾਂ ਤੁਸੀਂ ਇਹਨਾਂ ਨੂੰ ਇਸ ਜਿਹੜੀ ਮੈਸਕੂਲਿਨਿਟੀ ਦਾ ਦਿਖਾਵਾ ਕਰਦੇ ਆਪਣੀ, ਇਹਦੇ ਉੱਤੇ ਤੁਸੀਂ ਟੋਕਦੇ ਕਿਉਂ ਨਹੀਂ? ਨਹੀਂ, ਇਹ ਗਲਤ ਗੱਲ ਹੈਗੀ ਆ। ਚਲੋ ਦੇਖੋ, ਹੁਣ ਮੈਂ ਤਾਂ ਆਹ ਦਿਨਾਂ ਦੇ ਵਿੱਚ ਬਹੁਤ ਬਿਜ਼ੀ ਆ ਆਪਣੇ ਹਲਕੇ 'ਚ। ਮੈਨੂੰ ਤਾਂ ਪਿਛਲੇ 2.5-3 ਮਹੀਨੇ ਤੋਂ ਇੱਥੇ ਹੀ ਆ, ਤੇ ਮੈਂ ਇੰਨਾ ਤੁਹਾਨੂੰ ਮਤਲਬ ਬੜੇ ਮਾਣ ਨਾਲ ਕਹਿੰਦੀ ਆ ਕਿ ਮੇਰੇ ਹਲਕੇ ਦੇ ਵਿੱਚ, ਮੈਂ ਅੱਜ ਤੋਂ 10 ਸਾਲ ਪਹਿਲਾਂ ਤੋਂ, ਮੇਰੀ ਏਜ ਵੀ ਛੋਟੀ ਸੀ, ਮੈਂ ਇੱਥੇ ਕੰਮ ਕਰ ਰਹੀ ਆ। ਇੰਨਾ ਵਧੀਆ ਮਾਹੌਲ ਹੈ ਨਾ, ਜਿਹੜਾ ਕਿ ਪੰਜਾਬ ਦੇ ਵਿੱਚ ਆਪਣੇ ਆਮ ਹੈਗਾ ਵੀ ਗਾਲ ਕੱਢ ਕੇ ਬੰਦੇ ਆਪਸ 'ਚ ਗੱਲ ਕਰਦੇ ਨੇ। ਮੇਰੇ ਸਾਹਮਣੇ ਅੱਜ ਤੱਕ ਕਿਸੇ ਨੇ ਗਾਲ ਕੱਢ ਕੇ ਗੱਲ ਨਹੀਂ ਕਰੀ ਹੈਗੀ। ਇੰਨੀ ਰਿਸਪੈਕਟ ਦਿੰਦੇ ਨੇ ਨਾ ਮੇਰੇ ਭਰਾ ਮੈਨੂੰ, ਮੇਰੇ ਬਜ਼ੁਰਗ। ਮੈਂ ਬਹੁਤ ਇਹਨਾਂ ਦੀ ਰਿਣੀ ਆ ਇਸ ਗੱਲ ਦੀ। ਤੇ ਮਤਲਬ ਜਿਵੇਂ ਕਿਤੇ ਹਨੇਰਾ ਹੋ ਗਿਆ, ਕੋਈ ਜ਼ਿਆਦਾ ਰਸ਼ ਆ, ਇਹ ਆਲੇ ਦੁਆਲੇ ਇੱਦਾਂ ਮੇਰੇ ਸਿਕਿਉਰਿਟੀ ਗਾਰਡ ਜੇ ਪਿੱਛੇ ਹੋਣਗੇ, ਪਹਿਲਾਂ ਆਲੇ ਦੁਆਲੇ ਐ ਘੇਰਾ ਬਣਾ ਲੈਣਗੇ ਵੀ ਮਤਲਬ ਮੈਨੂੰ ਸੇਫ ਰੱਖਣ ਦੇ ਲਈ, ਐ ਕੰਧ ਬਣ ਕੇ ਖੜੇ ਹੋ ਜਾਂਦੇ ਨੇ। ਹਾਂ, ਤੁਸੀਂ ਜਿੱਤ ਕੇ ਆਓ, ਅਸੀਂ ਜ਼ਰੂਰ ਚਾਹੁੰਦੇ ਆ, ਬਟ ਅਸੀਂ ਇਹ ਵੀ ਚਾਹੁੰਦੇ ਆ ਵੀ ਤੁਸੀਂ ਔਰਤਾਂ ਦੀ ਸੇਫਟੀ ਦੇ ਲਈ, ਜਿੰਨੇ ਤੁਸੀਂ ਸੇਫ ਆ ਉਨੀਆਂ ਹੀ ਸਾਰੀਆਂ ਔਰਤਾਂ ਸੇਫ ਹੋਣ, ਇਹ ਕੰਮ ਵੀ ਕਰੋ। ਜ਼ਰੂਰ ਜੀ, ਜ਼ਰੂਰ। ਇਹ ਤੋਂ ਜ਼ਰੂਰੀ ਕੋਈ ਕੰਮ ਹੀ ਨਹੀਂ ਹੈ। ਇੱਕ ਔਰਤ ਹੋਣ ਦੇ ਵਜ੍ਹਾ ਤੇ ਕੋਈ ਔਰਤਾਂ ਦੀ ਲੀਡਰ ਵੀ ਹੋਣੀ ਚਾਹੀਦੀ ਹੈ। ਠੀਕ ਹੈ ਤੁਹਾਡੀ ਗੱਲ। ਹਾਂ, ਥੈਂਕ ਯੂ ਸੋ ਮਚ ਆਪਣਾ ਟਾਈਮ ਦੇਣ ਲਈ। ਥੈਂਕ ਯੂ ਜੀ, ਥੈਂਕ ਯੂ।